असलामुअलैकुम। ਵੱਡੇ ਟੱਬਰ 'ਚ ਰਹਿਣਾ ਕੋਈ ਸੌਖੀ ਜੀ ਗੱਲ ਨਹੀਂ ਹੈ, ਲੇਕਿਨ ਮੈਂ ਦਾਦ ਦੇਣਾ ਇਸ ਜਵਾਨ ਨੂੰ ਜਿਹਨੇ ਆਪਣੀ ਛੁੱਟੀ ਵੀ ਸੋਹਣੀ ਗੁਜ਼ਾਰ ਲਈ ਤੇ ਘਰਦਿਆਂ ਨੂੰ ਵੀ ਰਾਜ਼ੀ ਕਰ ਲਿਆ। ਤੁਹਾਨੂੰ ਪਤਾ ਜਦੋਂ ਘਰ 'ਚ ਨਵੀਂ ਨੂੰਹ ਆਉਂਦੀ ਹੈ, ਹਰ ਬੰਦਾ ਹੀ ਉਹਦੇ ਤੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦਾ। ਨਾਲੇ ਵੱਡੇ ਟੱਬਰ 'ਚ ਇਹ ਤੁਸੀਂ ਆਖੋ ਜ਼ਨਾਨੀ ਵਾਸਤੇ ਟਾਈਮ ਲੱਭ ਜੇ, ਇਹ ਤੁਹਾਡੀ ਗਲਤ ਫਹਿਮੀ ਹੈ। ਜਵਾਨ ਕਹਿੰਦਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਨਾਲ ਹੀ ਦੁਬਈ ਦਾ ਮੇਰਾ ਵੀਜ਼ਾ ਨਿਕਲ ਆਇਆ। ਕਹਿੰਦਾ ਅੱਬਾ ਜੀ ਕਹਿੰਦਾ ਜਾ ਦੁਬਈ। ਮੈਂ ਕਿਹਾ ਅੱਬਾ ਜੀ ਹੁਣ ਤੇ ਮੇਰੀ ਸ਼ਾਦੀ ਹੋਈ ਹੈ। ਉਹ ਕਹਿੰਦੇ ਨਹੀਂ ਤੂੰ ਜਾ ਦੁਬਈ ਤੇ ਸਾਲ ਬਾਅਦ ਤੂੰ ਵਾਪਸ ਆ ਜੀ। ਕਹਿੰਦੇ ਜੇ ਮੈਂ ਦੁਬਈ ਗਿਆ ਸਾਲ ਪੂਰਾ ਆਇਆ। ਮੈਂ ਕਿਹਾ ਅੱਬਾ ਜੀ ਹੁਣ ਮੈਂ ਆ ਜਾ ਟਿਕਟ ਕਰਾ ਕੇ। ਨਾ ਨਾ ਪੁੱਤਰ ਆਈਏ ਨਾ ਆਵੀਂ, ਇਸ ਵਾਰੀ ਮਾਲ ਡੰਗਰ ਵਾਸਤੇ ਭੋ ਲੈ ਲਵੀਂ, ਛੁੱਟੀ ਥੋੜੀ ਅੱਗੇ ਕਰ ਲੈ। ਕਹਿੰਦਾ ਕਰਦਿਆਂ ਕਰਦਿਆਂ ਇਸੇ ਤਰ੍ਹਾਂ ਮੇਰੇ ਉਹਨਾਂ 3 ਸਾਲ ਪੂਰੇ ਕਰਾ ਦਿੱਤੇ। ਕਹਿੰਦਾ ਮੈਂ ਕਿਹਾ ਅੱਬਾ ਜੀ ਹੁਣ ਮੈਂ ਕੀ ਕਰਾਂ। ਪੁੱਤਰ ਠਹਿਰ ਜਾ, ਤੂੰ ਆ ਜੀ, ਥੋੜੇ ਘਰ ਦੇ ਹਾਲਾਤ ਬਿਹਤਰ ਹੋ ਲੈਂਦੇ। ਕਹਿੰਦਾ ਮੈਂ ਅੱਕ ਕੇ ਆਖਿਆ ਕਿ ਅਰਬਾਬ ਆਖਦਾ ਤੇਰੇ ਗੁਰਦਿਆਂ 'ਚ ਮਸਲਾ ਹੈ, ਚੈੱਕਅਪ ਕਰਾਇਆ ਤੇ ਮੈਨੂੰ ਪਾਕਿਸਤਾਨ ਆ ਕੇ ਇਲਾਜ ਕਰਵਾਉਣਾ ਪੈਣਾ। ਉਹ ਕਹਿੰਦੇ ਪੁੱਤਰ ਉੱਥੋਂ ਹੀ ਕਰਾ ਲੈ। ਨਹੀਂ ਅੱਬਾ ਜੀ ਮੈਨੂੰ ਪਾਕਿਸਤਾਨ ਆਉਣਾ ਪੈਣਾ ਤੇ ਉੱਥੋਂ ਹੀ ਇਲਾਜ ਹੋਣਾ ਤੇ ਫਿਰ ਮੈਂ 3 ਮਹੀਨੇ ਬਾਅਦ ਵਾਪਸ ਆਉਣਾ। ਉਹਨਾਂ ਕਿਹਾ ਠੀਕ ਹੈ ਪੁੱਤਰ ਆ ਜਾ। ਕਹਿੰਦਾ ਮੈਂ ਘਰ ਆਇਆ ਖੁਸ਼ੀ ਖੁਸ਼ੀ, ਚਲੋ ਮੈਂ ਘਰ ਤੇ ਚੱਲਾਂ। ਕਹਿੰਦਾ ਕੁਝ ਜ਼ਨਾਨੀ ਵਾਸਤੇ ਚੀਜ਼ਾਂ ਲਈਆਂ, ਕੁਝ ਘਰਦਿਆਂ ਵਾਸਤੇ ਲਈਆਂ। ਕਹਿੰਦਾ ਜੋ ਹੀ ਲਿਆ ਕੇ ਸੰਦੂਕ ਘਰ ਰੱਖਿਆ ਬਕਸਾ। ਕਹਿੰਦਾ ਆ ਕੇ ਉਹਨਾਂ ਨੇ ਫਟੋਫਟ ਫੜ ਲਿਆ, ਖੋ ਖਾ ਕੇ। ਕਹਿੰਦਾ ਇੱਕ ਪਾ ਬਦਾਮ ਵੀ ਮੇਰੀ ਜ਼ਨਾਨੀ ਦੇ ਹਿੱਸੇ ਕੋ ਨਾ ਆਏ। ਕਹਿੰਦਾ ਅੱਬਾ ਜੀ ਅੱਗੇ ਤਹਿਮਤ ਪਾ ਕੇ ਬੈਠੇ। ਅੱਬਾ ਜੀ ਕਹਿੰਦੇ ਦਰਬਾਰ ਜਾਣਾ ਤੇ ਚੱਲ ਮੇਰੇ ਨਾਲ ਤੂੰ ਹੀ। ਕਹਿੰਦਾ ਅੱਬਾ ਜੀ ਉਸੇ ਟਾਈਮ ਹੀ ਮੈਂ ਪਹੁੰਚਿਆ, ਰੋਟੀ ਖਾਧੀ ਸੀ ਮਸਾਂ। ਕਹਿੰਦਾ ਅੱਬਾ ਜੀ ਨੇ ਮੈਨੂੰ ਨਾਲ ਲਿਆ, ਲੈ ਕੇ ਟੁਰ ਪਏ ਦਰਬਾਰ। ਕਹਿੰਦਾ ਉੱਥੇ ਨਾਲ ਪਿੰਡ ਆਇਆ, ਉੱਥੇ ਮੈਨੂੰ ਰਾਤ ਰੱਖੀ ਉਹਨੇ। ਸੁਬਾਹ ਜਾ ਕੇ ਦਰਬਾਰ ਸਲਾਮ ਕੀਤਾ ਤੇ ਦੁਪਹਿਰਾਂ ਵੇਲੇ ਘਰ ਵਾਪਸ ਆਏ। ਕਹਿੰਦੇ ਇਸੇ ਘਰ ਵਾਪਸ ਆਏ ਆ ਤੇ ਆ ਕੇ ਅੱਗੇ ਪਤਾ ਲੱਗਾ ਕਿ ਨਿੱਕਾ ਭਾਈਆ ਜਿਹੜਾ ਬਿਮਾਰ ਹੋ ਗਿਆ, ਜਿਹੜਾ ਮਾਲ ਡੰਗਰ ਦਾ ਧਿਆਨ ਰੱਖਦਾ ਸੀ। ਕਹਿੰਦਾ ਪੁੱਤਰ ਜਾ ਉੱਥੇ ਡੇਰੇ ਤੇ ਜਾ ਕੇ ਮੱਝਾਂ ਨੂੰ ਚੋ ਜਾ ਕੇ। ਕਹਿੰਦਾ ਮੈਂ ਕਿਹਾ ਅੱਬਾ ਜੀ ਹੁਣ ਤੇ ਮੈਂ ਆਇਆ। ਕਹਿੰਦਾ ਤੇ ਮੱਝਾਂ ਫਿਰ ਕਿੰਨੇ ਚੋਣੀਆਂ ਨੇ। ਉਹ ਨਿੱਕਾ ਭਰਾ ਤੇਰਾ ਬਿਮਾਰ ਹੈ। ਕਹਿੰਦਾ ਸਾਡਾ ਡੇਰਾ ਪਿੰਡ ਤੋਂ ਕਾਫੀ ਹਟ, ਮੈਂ ਟੁਰ ਕੇ ਜਾਣਾ ਪੈਂਦਾ। ਕਹਿੰਦਾ ਮੈਂ ਅੱਬਾ ਜੀ ਨੂੰ ਟਾਲ ਵੀ ਨਹੀਂ ਸਕਦਾ। ਕਹਿੰਦਾ ਫਿਰ ਮੈਂ ਉੱਥੇ ਟੁਰ ਕੇ ਗਿਆ ਡੇਰੇ ਜਾ ਕੇ ਮੱਝਾਂ ਚੋਈਆਂ ਤੇ ਕਹਿੰਦਾ ਰਾਤੀ 12 ਵਜੇ ਮੈਂ ਘਰ ਵਾਪਸ ਆਇਆ। ਫਿਰ ਅੱਬਾ ਜੀ ਨੇ ਬੁਲਾ ਲਿਆ, ਉਹਨਾਂ ਨੂੰ ਹੋਕਾ ਪਾ ਕੇ ਦਿੱਤਾ। ਫਿਰ ਜਾ ਕੇ ਕਿਧਰੇ ਮੈਂ ਆਪਣੇ ਕਮਰੇ 'ਚ ਗਿਆ। ਕਹਿੰਦਾ ਸਵੇਰ 5 ਵਜੇ ਫਿਰ ਠਾਲ ਲਈ ਉਹਨੇ, ਮੱਝਾਂ ਹਲ ਜਾ। ਕਹਿੰਦਾ ਮੇਰੀ ਸਾਰੀ ਦਿਹਾੜੀ ਇੰਝ ਹੀ ਗੁਜ਼ਰ ਗਈ। ਕਹਿੰਦਾ ਮੇਰਾ ਇੱਕ ਮੁੰਡਾ ਯਾਰ ਦੋਸਤ ਹੈ, ਮੈਨੂੰ ਆਖਿਆ ਯਾਰ ਅੱਜ ਨਾ ਤੂੰ ਸਾਡੇ ਡੇਰੇ ਤੇ ਰਹਿ, ਮੇਰੀਆਂ ਮੱਝਾਂ ਦਾ ਹਿਆਰ ਆ। ਕਹਿੰਦਾ ਠੀਕ ਹੈ ਕੋਈ ਮਸਲਾ ਨਹੀਂ, ਤੂੰ ਬੇਫਿਕਰ ਹੋ ਕੇ ਜਾ। ਕਹਿੰਦਾ ਮੈਂ ਘਰ ਆ ਗਿਆ ਦੁਪਹਿਰੀ ਆ ਕੇ ਆਪਣੇ ਕਮਰੇ 'ਚ ਲੰਮਾ ਪੈ ਗਿਆ। ਇੱਕ ਨੇ ਆ ਮੇਰਾ ਦਰਵਾਜ਼ਾ ਖੜਕਾਇਆ, ਇਹਦਾ ਦਰਵਾਜ਼ਾ ਕਿਉਂ ਬੰਦ ਹੈ। ਦੂਜੇ ਨੇ ਆ ਖੜਕਾਇਆ, ਤੇਰਾ ਇਹਦਾ ਦਰਵਾਜ਼ਾ ਕਿਉਂ ਬੰਦ ਹੈ। ਕਹਿੰਦਾ ਮੈਂ ਦਰਵਾਜ਼ਾ ਕੋ ਨਾ ਖੋਲਿਆ, ਢੀਠ ਹੋ ਗਿਆ। ਕਹਿੰਦਾ ਇੰਨੀ ਦੇਰ ਨੂੰ ਅੱਬਾ ਜੀ ਆ ਗਏ ਖੁੰਡੀ ਨਾਲ, ਜ਼ੋਰ ਦਾ ਦਰਵਾਜ਼ਾ। ਕਹਿੰਦੇ ਖੋਲੋ ਦਰਵਾਜ਼ਾ ਕੰਜਰਾ ਫਲਾਣਿਆ ਢੀਂਗਿਆ। ਕਹਿੰਦਾ ਮੈਂ ਫਟਾਫਟ ਦਰਵਾਜ਼ਾ ਖੋਲਿਆ। ਅੱਬਾ ਜੀ ਕਹਿੰਦਾ ਤੈਨੂੰ ਕੋਈ ਸ਼ਰਮ ਜਿਹਾ ਆਇਆ ਵਾ ਕਿ ਨਹੀਂ। ਕਹਿੰਦਾ ਮੈਂ ਕਿਹਾ ਅੱਬਾ ਜੀ ਕੀ ਹੋਇਆ ਜੇ। ਉਹ ਤੇਰੇ ਅੰਦਰ ਕੋਈ ਗੈਰਤ ਨਾਂ ਦੀ ਚੀਜ਼ ਹੈ। ਮੈਂ ਕਿਹਾ ਅੱਬਾ ਜੀ ਕੀ ਹੋਇਆ ਜੇ। ਉਹ ਦੁਪਹਿਰ ਤੂੰ ਆਪਣਾ ਦਰਵਾਜ਼ਾ ਬੰਦ ਕਰਕੇ ਲੰਮਾ ਪੈ ਰਹੇ, ਤੈਨੂੰ ਸ਼ਰਮ ਨਹੀਂ ਹੈ। ਕਹਿੰਦਾ ਅੱਬਾ ਜੀ ਹੋਰ ਮੈਂ ਕੀ ਕਰਾਂ, ਅਤੇ ਮਾਲ ਡੰਗਰ ਕੋ ਕੌਣ ਹੈ। ਕਹਿੰਦਾ ਅੱਬਾ ਜੀ ਮੇਰਾ ਦੋਸਤ ਹੈ ਤੇ ਮੈਂ ਉਹਨੂੰ ਆਖਿਆ ਤੇ ਉਹ ਧਿਆਨ ਰੱਖਦਾ ਪਿਆ। ਉਹ ਬਗੈਰਤਾ, ਤੈਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇੰਨੀ ਫੈਮਿਲੀ ਆ ਤੇ ਤੂੰ ਆਪਣਾ ਦਰਵਾਜ਼ਾ ਬੰਦ ਕਰਕੇ ਦੁਪਹਿਰਾਂ ਵੇਲੇ ਲੰਮਾ ਪੈ ਰਹੇ। ਕਹਿੰਦਾ ਮੈਨੂੰ ਗੁੱਸਾ ਚੜਿਆ। ਕਹਿੰਦਾ ਮੈਂ ਆਪਣੇ ਸਿਰ ਦੇ ਵਾਲ ਪੱਟਣ ਲੱਗ ਪਿਆ ਜ਼ੋਰ ਦੇ, ਜਿਸ ਤਰ੍ਹਾਂ ਜ਼ਨਾਨੀਆਂ ਪੱਟਦੀਆਂ ਨੇ। ਕਹਿੰਦਾ ਅੱਬਾ ਜੀ ਇੰਝ ਕਰੋ ਫਿਰ ਮੈਨੂੰ ਜਾਨੂ ਮਾਰ ਦਿਓ। ਕਹਿੰਦਾ ਅੱਬਾ ਜੀ ਉੱਥੇ ਵੀ ਮੈਂ 3 ਸਾਲ ਮਜ਼ਦੂਰੀ ਕਰਕੇ ਆਇਆ, ਤੁਸੀਂ ਮੈਨੂੰ ਕੱਲ੍ਹ ਨਾਲ ਲੈ ਗਏ ਹੋ। ਫਿਰ ਮਾਲ ਡੰਗਰ ਨਿੱਕਾ ਭਰਾ ਬਿਮਾਰ ਹੋ ਗਿਆ। ਕਹਿੰਦਾ ਅੱਬਾ ਜੀ ਸਾਰੀ ਡਿਊਟੀ ਮੇਰੀ ਹੈ। ਤੇ ਕਹਿੰਦੇ ਪੁੱਤਰ ਵੱਡਾ ਤੂੰ ਹੈ, ਤੂੰ ਹੀ ਹਿਆਰ ਰੱਖਣਾ। ਕਹਿੰਦਾ ਅੱਬਾ ਜੀ ਮੈਂ ਕਿਉਂ ਰੱਖਣਾ, ਮੇਰੇ ਬਾਅਦ ਵੀ ਤਾਂ ਤੁਸੀਂ ਕਰਦੇ ਰਹੇ ਹੋ। ਕਹਿੰਦਾ ਮੈਂ ਰੋਣ ਪਿੱਟਣ। ਉਹਨਾਂ ਆਖਿਆ ਬਗੈਰਤਾ ਤੂੰ ਜਿਹੜੇ ਕੰਮ ਪਿਆ ਕਰਨੇ ਸਾਨੂੰ ਸਾਰੀ ਸਮਝ ਆ ਗਈ ਹੈ, ਤੂੰ ਇੰਝ ਕਰ ਆਪਣੀ ਜ਼ਨਾਨੀ ਫਾੜ ਤੇ ਇੱਥੋਂ ਦਫਾ ਹੋ ਜਾ। ਕਹਿੰਦਾ ਅੱਬਾ ਜੀ ਮੈਂ ਕਿੱਥੇ ਜਾ। ਉਹਨਾਂ ਤੂੰ ਡੇਰੇ ਟੁਰ ਜਾ। ਨਾ ਅੱਬਾ ਜੀ ਠੀਕ ਹੈ ਮੈਂ ਡੇਰੇ ਟੁਰ ਜਾਣਾ, ਨਾਲ ਆਪਣੀ ਜ਼ਨਾਨੀ ਲੈ ਜਾਣਾ ਉੱਥੇ, ਤੇ ਉੱਥੇ ਜਾ ਕੇ ਅਸੀਂ ਦੋਵੇਂ ਮਾਲ ਡੰਗਰ ਦਾ ਧਿਆਨ ਰੱਖਾਂਗੇ। ਉਹਨਾਂ ਕਿਹਾ ਮਾਲ ਡੰਗਰ ਦਾ ਧਿਆਨ ਨਾ ਤੂੰ ਰੱਖ, ਮਾਲ ਡੰਗਰ ਨੂੰ ਅਸੀਂ ਆਪੇ ਤੱਕ ਲਾਂਗੇ, ਨੌਕਰ ਰੱਖ ਲਾਂਗੇ। ਤੂੰ ਉੱਥੇ ਨਾਲ ਜਿਹੜੀ ਕੋਠੜੀ ਹੈ ਨਾ, ਤੇਰੀ ਸਜ਼ਾ ਇਹੀ ਹੈ ਕਿ ਤੂੰ ਉੱਥੇ ਜਾ ਕੇ ਰਹਿ। ਉਹਨੇ ਆਖਿਆ ਅੱਬਾ ਜੀ ਜ਼ਿਆਦਤੀ ਨਾ ਕਰੋ, ਕੋਠੜੀ 'ਚ ਮੈਂ ਕਿੰਝ ਰਵਾਂਗਾ। ਉਹਨਾਂ ਆਖਿਆ ਅਸੀਂ ਨਹੀਂ ਜਾਣਦੇ, ਤੂੰ ਉੱਥੇ ਰਹਿ, ਆਪਣਾ ਜਿਹੜਾ ਪੈਸਾ ਕਮਾਣੀ ਆਪਣੀ ਜ਼ਨਾਨੀ ਨੂੰ ਟੋਰ ਤੇ ਉੱਥੇ ਹੀ ਮਕਾਨ ਬਣਾਉਣੇ ਨਹੀਂ ਪਿੰਡੂ ਬਾਹਰ। ਕਹਿੰਦਾ ਅੱਬਾ ਜੀ ਇੰਝ ਨਾ ਕਰੋ, ਮਾਫੀ ਦੇ ਦਿਓ। ਉਹਨਾਂ ਆਖਿਆ ਨਾ ਨੱਸਦਾ ਹੋ। ਕਹਿੰਦਾ ਅੱਬਾ ਜੀ ਨੇ ਉਸੇ ਟਾਈਮ ਕੱਢ ਦਿੱਤਾ ਮੈਨੂੰ। ਕਹਿੰਦਾ ਮੈਂ ਗਿਆ ਜਾ ਕੇ ਡੇਰੇ ਉੱਥੇ ਕੋਠੜੀ 'ਚ ਜਾ ਕੇ, ਕਹਿੰਦਾ ਨਾ ਮੈਂ ਮਾਲ ਡੰਗਰ ਦਾ ਧਿਆਨ ਰੱਖਿਆ ਨਾ ਕਿਸੇ ਹੋਰ ਚੀਜ਼ ਦਾ, ਤੇ ਜ਼ਨਾਨੀ ਜਿਹੜੀ ਚੀਜ਼ ਮੰਗੀ ਮੈਂ ਲਿਆ ਕੇ ਦਿੱਤੀ। ਆਪਣਾ ਮੁੰਡਾ ਯਾਰ ਦੋਸਤ ਹੈ, ਉਹਦੇ ਕੋਲ ਦਿਰਹਮ ਮੰਗਾਏ ਦੁਬਈ ਤੋਂ। ਕਹਿੰਦਾ ਆਪਣੀ ਖੁੱਲੀ ਯੈਸ਼ੀ ਕੀਤੀ। ਕਹਿੰਦਾ ਜਿਸ ਵੇਲੇ 3 ਮਹੀਨੇ ਪੂਰੇ ਹੋ ਗਏ ਨਾ, ਤੇ ਮੈਂ ਫਿਰ ਜ਼ਨਾਨੀ ਨੂੰ ਲਿਆ ਸਿੱਧਾ ਫਿਰ ਘਰ। ਜਿਸੇ ਘਰ ਆਇਆ ਅੱਬਾ ਜੀ ਕਹਿੰਦੇ ਕੀ ਲੈਣ ਆਏ ਹੁਣ ਇੱਥੇ। ਕਹਿੰਦਾ ਮੈਂ ਕਿਹਾ ਅੱਬਾ ਜੀ ਮੇਰੇ ਕੋਲੋਂ ਗਲਤੀ ਹੋ ਗਈ ਆ, ਮੈਨੂੰ ਮਾफ़ ਕਰ ਦਿਓ। ਉਹਨਾਂ ਕਿਹਾ ਤੈਨੂੰ ਮਾफ़ ਕਿੰਝ ਮੈਂ ਕਰ ਦਿਆਂ, ਤੂੰ ਜਿਹੜਾ ਕੰਮ ਕੀਤਾ ਕੰਜਰਾ ਜਿਹਾ ਬੇਸ਼ਰਮੀ ਵਾਲਾ, ਤੈਨੂੰ ਮਾफ़ ਨਹੀਂ ਮੈਂ ਕਰ ਸਕਦਾ। ਉਹਨਾਂ ਕਿਹਾ ਅੱਬਾ ਜੀ ਅੱਗੂ ਨਹੀਂ ਹੋਣ ਲੱਗਾ ਆਇੰਦਾ, ਇੱਕ ਵਾਰੀ ਮੈਨੂੰ ਮਾफ़ੀ ਦੇ ਦਿਓ। ਉਹਨਾਂ ਕਿਹਾ ਅੰਮਾ ਜੀ ਨੇ ਫਿਰ ਆਖਿਆ ਤੇ ਅੱਬਾ ਜੀ ਨੇ ਮੈਨੂੰ ਮਾफ़ ਕਰ ਦਿੱਤਾ।
ਕਹਿੰਦਾ ਲੇਕਿन ਮੇਰੇ ਦਿਮਾਗ 'ਚ ਪਹਿਲਾਂ ਹੀ ਸਾਰੀਆਂ ਗੱਲਾਂ ਐਸੀ ਕਿ ਇੰਨਾ ਇੰਜ ਕਾਬੂ ਨਹੀਂ ਆਉਣਾ ਤੇ ਮੇਰੇ ਵਾਸਤੇ ਤੇ ਫਾਇਦਾ ਹੋ ਗਿਆ। ਅੱਬਾ ਜੀ ਨੇ ਮੈਨੂੰ ਆਖਿਆ ਟੁਰ ਜਾ। ਕਹਿੰਦਾ 3 ਮਹੀਨੇ ਆਪਣੀ ਛੁੱਟੀ ਸਕੂਨ ਨਾਲ ਗੁਜ਼ਾਰੀ ਹੈ, ਬਾਅਦ 'ਚ ਆ ਕੇ ਘਰਦਿਆਂ ਦੇ ਪੈਰ ਫੜੇ ਨੇ, ਉਹਨਾਂ ਨੂੰ ਰਾਜ਼ੀ ਕਰ ਲਿਆ, ਉਹ ਰਾਜ਼ੀ ਹੋ ਗਏ ਨੇ ਤੇ ਆਪਣੀ ਛੁੱਟੀ ਦਾ ਵੀ ਸਕੂਨ ਨਾਲ ਗੁਜ਼ਰ ਗਈ ਹੈ ਤੇ ਜ਼ਨਾਨੀ ਵੀ ਖੁਸ਼ ਹੋ ਗਈ ਹੈ ਤੇ ਆਪਣੇ ਘਰ ਦਾ ਸਿਸਟਮ। ਕਹਿੰਦਾ ਮੈਂ ਕਿਹਾ ਅੱਬਾ ਜੀ ਉੱਥੋਂ ਜਾ ਕੇ ਮੈਂ ਫਿਰ ਪੈਸੇ ਭੇਜਦਾ ਰਵਾਂਗਾ। ਕਹਿੰਦਾ ਅੱਬਾ ਜੀ ਕਹਿੰਦੇ ਜਲਦੀ ਜਾ ਕੇ ਪੈਸੇ ਭੇਜੀ। ਮੈਂ ਕਿਹਾ ਅੱਬਾ ਜੀ ਫਿਕਰ ਨਾ ਕਰੋ। ਕਹਿੰਦਾ ਰਿਹਾ ਉੱਥੇ ਕੋਠੜੀ 'ਚ ਹੀ ਹਾਂ, ਲੇਕਿਨ ਇਹ ਹੈ ਕਿ ਇੱਕ ਮੈਂ ਸਾਂ ਜਾਂ ਮੇਰੀ ਜ਼ਨਾਨੀ ਸੀ, ਹੋਰ ਕੋਈ ਬੰਦਾ ਨਹੀਂ ਸੀ। ਕਹਿੰਦਾ ਘਰ ਦੇ 13-14 ਜੀ ਸੀ, ਉਹਨਾਂ ਨੂੰ ਪਤਾ ਕਿ ਪਰਾਂ ਕੋਠੜੀ 'ਚ ਰਹਿੰਦਾ ਪਿਆ। ਕਹਿੰਦਾ ਲੇਕਿਨ ਤੱਕਦੇ ਸੀ ਝਾਂਕ ਝਾਂਕ ਕੇ, ਨਾ ਮਾਲ ਡੰਗਰ ਵਾਲਾ ਆਉਂਦਾ ਪਿਆ। ਕਹਿੰਦਾ ਲੇਕਿਨ ਮੈਂ ਅੰਦਰੋਂ ਖੁਸ਼ ਸਾਂ। ਮੈਂ ਕਿਹਾ ਆਪੇ ਅੱਬਾ ਜੀ ਦੇ ਜਾ ਕੇ ਪੈਰ ਫਾੜ ਲਾਂਗਾ। ਕਈ ਵਾਰੀ ਇਸ ਤਰ੍ਹਾਂ ਬੇਵਕੂਫੀ ਜਗ੍ਹਾ ਸਿਆਣਪ ਕਰਨੀ ਪੈਂਦੀ ਹੈ, ਕਿਉਂਕਿ ਜੁਆਇੰਟ ਫੈਮਿਲੀ 'ਚ ਜਿਹੜਾ ਨਾ ਬੜਾ ਔਖਾ ਹੋ ਜਾਂਦਾ। ਜਵਾਨ ਨੇ ਬੜਾ ਦਿਮਾਗ ਲੜਾਇਆ, ਮੈਨੂੰ ਗੱਲ ਤੇ ਉਹਦੀ ਬੜੀ ਪਸੰਦ ਆਈ। ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ। ਅਗਰ ਮੇਰੀ ਵੀਡੀਓ ਅਗਰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ, ਕਿਉਂਕਿ ਤੁਹਾਡੇ ਸਬਸਕ੍ਰਾਈਬ ਨਾਲ ਹੀ ਅਸਾਂ ਅੱਗੇ ਜਾਣਾ। ਬਾਕੀ ਇਹ ਹੈ ਕਿ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਆਪਣੀ ਸਿਹਤ ਦਾ ਜਿਹੜਾ ਉਹ ਲਾਜ਼ਮੀ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।